श्री वाहिगुरु साहब जी। सूरा से पहचानिए जो लड़े दीन के कबहू ना छाड़े खेत आनंद गुण निदान गुरु गरीब निवाज जी। सतनाम श्री वाहिगुरु साहब जी।
ਜੀ ਦਾਤਾ ਹਾਂ ਸਾਹਿਬ ਮੇਰਾ ਤੂੰ ਜੀ। ਬਹੁਤ ਲੰਮੇ ਸਮੇਂ ਤੋਂ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਲੱਗੇ ਹੋਏ ਮੋਰਚੇ ਦੇ ਵਿੱਚ ਹਾਜ਼ਰੀ ਭਰ ਰਹੇ ਕਿਸਾਨ ਵੀਰੋ, ਆਪਣਾ ਇਖਲਾਕੀ ਫਰਜ਼ ਸਮਝਦਾ ਹੋਇਆ ਆਪਣਾ ਢਾਡੀ ਜੱਥਾ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਇਸ ਤੋਂ ਪਹਿਲਾਂ ਕਿ ਆਪਣੀਆਂ ਵਿਚਾਰਾਂ ਤੁਹਾਡੀ ਸੇਵਾ ਦੇ ਵਿੱਚ ਰੱਖਣੀਆਂ ਆਰੰਭ ਕਰਾਂ, ਆਓ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਮਾਤਾ ਗੁਜਰੀ ਜੀ ਦੇ ਲਖਤੇ ਜਿਗਰ ਗੁਰੂ ਤੇਗ ਬਹਾਦਰ ਸਾਹਿਬ ਦੇ ਨੂਰੇ ਨਜ਼ਰ, ਕਲਮ ਦੇ ਧਨੀ, ਤੇਗ ਦੇ ਧਨੀ, ਪਿਤਾ ਦੇ ਦਾਨੀ, ਪੁੱਤਰਾਂ ਦੇ ਦਾਨੀ, ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਫਤਿਹ ਦਾ ਨਾਰਾ ਕਰੀਏ ਬੁਲੰਦ, ਤਾਂ ਕਿ ਤੁਹਾਡੀਆਂ ਤੇ ਹਾਜ਼ਰੀਆਂ, ਸਾਡੀਆਂ ਹਾਜ਼ਰੀਆਂ ਗੁਰੂ ਦਰਬਾਰ ਦੇ ਵਿੱਚ ਪ੍ਰਵਾਨ ਹੋ ਜਾਣ। ਬੇਸ਼ੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੇ ਹਾਜ਼ਰ ਨਹੀਂ, ਪਰ ਆਪਾਂ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਆਪਣਾ ਧਿਆਨ ਗੁਰੂ ਦੇ ਨਾਲ ਜੋੜਨਾ ਹੈ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਾਰੀ ਸੰਗਤ ਝੁਕਾਓ ਸੀਸ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦਾ ਤੇ ਸੰਘਰਸ਼ ਦਾ ਜਿਹੜਾ ਸੰਬੰਧ ਹੈ ਉਹ ਮੁੱਢ ਤੋਂ ਰਿਹਾ ਹੈ। ਇੱਕ ਪੰਜਾਬੀ ਦੀ ਕਹਾਵਤ ਹੈ, ਪੰਜਾਬ ਦੇ ਜੰਮਦਿਆਂ ਨੂੰ ਨਿਤ ਮਹਿਮਾ। ਜਿੰਨੀਆਂ ਮਾਰਾਂ ਪਈਆਂ ਨੇ ਉਹ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਆਪਣੇ ਪਿੰਡੇ ਉੱਤੇ ਸਿੰਘਾਂ ਨੇ। ਬੇਸ਼ੱਕ ਇਹ ਪੰਜਾਬ ਅਜੇ ਪੰਜਾਬ ਨਹੀਂ ਸੀ, ਇਹਨੂੰ ਸਿੰਧ ਪ੍ਰਾਂਤ ਆਖਿਆ ਜਾਂਦਾ ਸੀ। ਉਸ ਸਮੇਂ ਤੋਂ ਪੰਜਾਬੀ ਜਿਹੜੇ ਮਾਰਾਂ ਸਹਿਣ ਦੇ ਆਦੀ ਹੋਏ ਨੇ। ਜਿੰਨੇ ਵੀ ਹਮਲੇ ਹੋਏ ਹਿੰਦੁਸਤਾਨ ਦੇ ਉੱਤੇ ਉਹ ਇਸੇ ਪਾਸਿਓਂ ਹੁੰਦੇ ਰਹੇ। ਸਭ ਤੋਂ ਪਹਿਲਾਂ ਟਾਕਰਾ ਦੁਸ਼ਮਣ ਦੇ ਨਾਲ ਪੰਜਾਬੀ ਕਰਦੇ ਰਹੇ। ਬੇਸ਼ੱਕ ਉਹ ਸਿਕੰਦਰ ਚੜ ਕੇ ਆਇਆ ਜਾਂ ਕੋਈ ਹੋਰ ਚੜ ਕੇ ਆਇਆ, ਉਹ ਜਿੰਨੇ ਵੀ ਚੜ ਕੇ ਆਏ ਉਹਨਾਂ ਨੂੰ ਸਭ ਤੋਂ ਪਹਿਲਾਂ ਦੋ ਹੱਥ ਪੰਜਾਬੀਆਂ ਦੇ ਨਾਲ ਕਰਨੇ ਪਏ। ਜੇਕਰ ਪੰਜਾਬੀਆਂ ਨੇ ਰਸਤਾ ਦੇ ਦਿੱਤਾ ਤੇ ਫਿਰ ਦਿੱਲੀ ਤੱਕ ਉਹ ਅੱਪੜ ਸਕੇ, ਨਹੀਂ ਤੇ ਉਹਨਾਂ ਨੂੰ ਦਿੱਲੀ ਜਾਣ ਦਾ ਰਸਤਾ ਨਹੀਂ ਮਿਲਿਆ। ਇਸ ਕਰਕੇ ਪੰਜਾਬ ਅਤੇ ਸੰਘਰਸ਼, ਪੰਜਾਬੀ ਅਤੇ ਸੰਘਰਸ਼, ਇਹ ਦੋ ਸ਼ਬਦ ਨੇ, ਇਹਨੂੰ ਇੱਕ ਸ਼ਬਦ ਸਮਝਣਾ ਚਾਹੀਦਾ। ਪੰਜਾਬੀਆਂ ਦਾ ਸੰਘਰਸ਼ ਦੇ ਨਾਲ ਮੁੱਢ ਤੋਂ ਨਾਤਾ ਰਿਹਾ ਹੈ। ਬੜੀ ਹੈਰਾਨੀ ਦੀ ਗੱਲ ਹੈ, ਖੇਤੀ ਦਾ ਸੰਬੰਧ ਵੀ ਸਿੱਖ ਦਾ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਆਰੰਭ ਹੋ ਜਾਂਦਾ ਹੈ। ਇਹ ਗੱਲ ਨਹੀਂ ਵੀ ਉਸ ਤੋਂ ਪਹਿਲਾਂ ਖੇਤੀ ਨਹੀਂ ਸੀ ਕਰਦਾ ਪੰਜਾਬੀ। ਅੱਜ ਜਿਹੜਾ ਇਹ ਸੰਘਰਸ਼ ਹੈ, ਉਸ ਸੰਘਰਸ਼ ਨੂੰ ਕੇਵਲ ਪਿੰਡਾਂ ਵਿੱਚ ਵਸਣ ਵਾਲੇ ਕਿਸਾਨਾਂ ਦੇ ਨਾਲ ਜੋੜ ਦਿੱਤਾ ਗਿਆ। ਮੈਨੂੰ ਇਉਂ ਲੱਗਦਾ ਸ਼ਹਿਰੀ ਵਰਗੇ ਦੇ ਵਿੱਚੋਂ ਮਨਫੀ ਹੋ ਗਿਆ, ਮੈਨੂੰ ਐਸਾ ਪ੍ਰਤੀਤ ਹੁੰਦਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਸਿੱਖ ਦਾ ਸੰਬੰਧ ਜਿਹੜਾ ਹੈ ਉਹ ਖੇਤੀ ਦੇ ਨਾਲ ਜੁੜਿਆ, ਕਿਉਂਕਿ ਸਾਡੇ ਗੁਰੂ, ਸਾਡੇ ਰਹਿਬਰ, ਸਾਡੇ ਜ਼ਾਹਰ ਪੀਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪਹਿਲੇ ਪਾਤਸ਼ਾਹ, ਉਹਨਾਂ ਨੇ ਕਰਤਾਰਪੁਰ ਦੀ ਧਰਤੀ ਤੇ ਖੇਤੀ ਕੀਤੀ ਤੇ ਖੇਤੀ ਕਰਨ ਦਾ, ਵਣਜ ਕਰਨ ਦਾ ਵੱਲ ਜਿਹੜਾ ਹੈ ਸਿੱਖ ਦੀ ਝੋਲੀ ਦੇ ਵਿੱਚ ਪਾਇਆ। ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿਧਾਂਤ ਨੂੰ ਪਰਨਾਏ ਹੋਏ ਬੈਠੇ ਹਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਹਿਲਾ ਸਿਧਾਂਤ ਹੈ ਕਿਰਤ ਕਰੋ। ਨਾਮ ਜਪਣ ਦੀ ਗੱਲ ਬਾਅਦ ਵਿੱਚ ਆਉਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖ ਨੂੰ ਕਿਰਤੀ ਬਣਾਇਆ ਹੈ। ਵਿਹਲੜ ਗੁਰੂ ਨਾਨਕ ਦੀ ਨਜ਼ਰ ਦੇ ਵਿੱਚ ਪ੍ਰਵਾਨ ਨਹੀਂ। ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਕੋਈ ਧਰਮ ਨਹੀਂ ਸੀ। ਧਰਮ ਵੀ ਸਨ, ਆਪਣੇ ਆਪ ਨੂੰ ਧਰਮ ਦੇ ਆਗੂ ਕਹਿਣ ਵਾਲੇ ਵੀ ਸਨ, ਪਰ ਉਹਨਾਂ ਲੋਕਾਂ ਨੇ ਮੱਠਾਂ ਦੇ ਵਿੱਚ ਬੈਠ ਕੇ, ਪਹਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਕੰਦਰਾਂ ਦੇ ਵਿੱਚ ਜਾ ਕੇ ਧੂਣੇ ਤਪਾਏ। ਉਹਨਾਂ ਨੇ ਹਿੰਦੁਸਤਾਨ ਦੀ ਜਨਤਾ ਨੂੰ ਵਿਹਲੇ ਰਹਿਣ ਦਾ ਆਦੀ ਬਣਾ ਦਿੱਤਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਆਪਣੇ ਉਪਦੇਸ਼ ਦਾ ਆਰੰਭ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਤ ਕਰਨ ਦਾ ਸਭ ਤੋਂ ਪਹਿਲਾ ਉਪਦੇਸ਼ ਪੰਜਾਬੀ ਦੀ ਝੋਲੀ ਵਿੱਚ, ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਹੋਕਾ ਦੇ ਕੇ ਮਨੁੱਖਤਾ ਦੀ ਝੋਲੀ ਦੇ ਵਿੱਚ ਪਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਹਰੇਕ ਗੁਰੂ ਸਾਹਿਬ ਨੇ ਇਹ ਜਿਹੜਾ ਉਪਦੇਸ਼ ਹੈ ਉਹਨਾਂ ਦੇ ਦਰ ਉੱਤੇ, ਉਹਨਾਂ ਨੂੰ ਮੰਨਣ ਵਾਲੇ ਅਨੁਯਾਈ ਦੇ ਝੋਲੀ ਦੇ ਵਿੱਚ ਪਾਇਆ। ਫਿਰ ਇੱਕ ਉਹ ਸਮਾਂ ਆਇਆ ਜਦੋਂ ਰਜਵਾੜੇ ਜ਼ਮੀਨਾਂ ਉੱਤੇ ਹੱਕ ਜਮਾ ਕੇ ਬੈਠੇ ਸਨ। ਜਦੋਂ ਉਹਨਾਂ ਨੇ ਐਲਾਨ ਕਰ ਦਿੱਤਾ, ਵਾਹੇਗਾ ਇਸ ਜ਼ਮੀਨ ਨੂੰ ਕੋਈ, ਇਹਦੇ ਵਿੱਚ ਫਸਲ ਕੋਈ ਪੈਦਾ ਕਰੇਗਾ ਪਰ ਉਹਦੇ ਮਾਲਕ ਅਸੀਂ ਹੋਵਾਂਗੇ। ਤੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਚੜਿਆ। ਉਹਨੇ ਜਦੋਂ ਇਹ ਸਿਸਟਮ ਵੇਖਿਆ, ਉਹਨੇ ਇਹ ਨਿਜ਼ਾਮ ਵੀ ਬਦਲ ਦਿੱਤਾ। ਉਹਨੇ ਕਿਹਾ ਵੀ ਜਿਹੜਾ ਜ਼ਮੀਨ ਵਾਹੁੰਦਾ ਹੈ, ਜਿੰਨੀ ਉਹਦੇ ਕੋਲ ਜ਼ਮੀਨ ਹੈ, ਉਹਦਾ ਮਾਲਕ ਵੀ ਉਹ ਹੋਵੇਗਾ। ਮੁਜ਼ਾਰਿਆਂ ਤੋਂ ਮਾਲਕ ਬਣਾਉਣ ਵਾਲਾ ਵੀ ਸਿੱਖ ਹੈ। ਮੁਜ਼ਾਰਿਆਂ ਤੋਂ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬੀਆਂ ਨੂੰ ਬਣਾਇਆ। ਮਨੁੱਖਤਾ ਦੀ ਝੋਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਉਵੇਂ ਦ੍ਰਿੜ ਹੁੰਦਾ ਰਿਹਾ, ਦ੍ਰਿੜ ਕਰਾਉਂਦਾ ਰਿਹਾ ਬਾਬਾ ਬੰਦਾ ਸਿੰਘ ਬਹਾਦਰ। ਹੁਣ ਬਾਬਾ ਬੰਦਾ ਸਿੰਘ ਬਹਾਦਰ ਪਹਿਲੀ ਵਾਰ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਰਾਜ ਕਾਇਮ ਕਰਦਾ ਹੈ।
बाबा बंदा सिंह बहादुर का राज बहुत लंबा नहीं चलता। वो 17 मई सन 1710 को सरहंद उत्ते कब्जा करता है ते 1716 9 जून वाले दिन बाबा बंदा सिंह बहादुर शहीद कर दिता जाता है। बाबा बंदा सिंह बहादुर की शहादत तो बाद सिख भी है, सिखी भी है, पर वो सिख जिहड़ा पंजाब की धरती ते तुरिया फिरदा नजर नहीं आता। हुण उन्हां नूं मुड़ कढ लियाउण दा जिहड़ा है जिम्मेवारी बनदी है वो सरदार दरबारा सिंह दे हिस्से आउंदी है। दरबारा सिंह कौम दा आगू बनदा है, खिंडी पुंडी कौम नूं इकट्ठी करदा है ते फिर पंजाबियां नूं अपने हक बदले लड़न वास्ते प्रेरित करदा है ते पंजाबी अपने हक बदले लड़ना शुरू कर दिंदे ने। समा बदलिया, मिसरां दा समा आया, महाराजा रणजीत सिंह ने उहदे विच राज कीता। 1799 नूं महाराजा रणजीत सिंह तख्त उत्ते बैठदा, लाहौर के शाही किले के उत्ते कब्जा करके उस सिख राज का ऐलान करता है, खालसा राज का ऐलान करता है। हुण महाराजा रणजीत सिंह के राज के अंदर तुसीं हैरान हो जाओगे, 40 साल का राज है, एक भी बंदे नूं मौत की सजा नहीं दी जाती। महाराजा रणजीत सिंह के राज का प्रबंध एडा पसंद किया पंजाबियों ने कि हर कोई भावें वो हिंदू सी, भावें कोई मुसलमान सी, भावें कोई सिख सी, वो महाराजा रणजीत सिंह के नाल आप मुहारे जुड़ता गया, उसकी प्रशंसा का पात्र बनता गया। महाराजा रणजीत सिंह का राज जिहड़ा अंग्रेज़ों ने 1849 दे विच हथियाया, 1849 तो बाद पंजाब उत्ते अंग्रेज़ों का कब्जा हो गया, गोरियां का कब्जा हो गया, तो पंजाबी अपने देश के अंदर ही बेगाने हो गए। इन्हां नूं पता नहीं लगा, बहुत गहरी साजिश के नाल डोगरे नूं हत्थां ते पा के अंग्रेज़ों ने उन्हां दी गदारी के कारण पंजाब उत्ते कब्जा किया ते पंजाब उत्ते कब्जा करन तो बाद सब तो पहला जिहड़ा काम उन्होंने किया, जिहड़े फौज के बंदे पिंडों में चले गए सन उन्होंने एकत्र किया, जिहड़े अफसर सन उन्होंने तनख्वाह दित्तियां, तनख्वाह वधा भी दित्तियां ते बाकी जिहड़े आम सन उन्हां दे कोलों हथियार इकट्ठे कर लए। विद्वान लिखते हैं 3 लाख हथियार गोरे ने इकट्ठा कर लिया ते पंजाबी जिहड़ा सदा वास्ते गुलामी दे मुंह विच चला गया। 1849 तो बाद पिंडां विचों बगावत उठदी सी, पिंडां वालियां दे कोलों हथियार ले ले, बहुत गहरी साजिश दे नाल, बहुत वड्डी प्लैनिंग दे नाल। हुण जिहड़े पंजाबी बगावत करने वाले सन उन्हां नूं जेलां विच डक दित्ता गया, आपस विच लड़ा के मारने शुरू कर दिते। धड़ेबंदी जदों बन जांदी उदों बंदा आपस विच लड़दा है, पंजाबी गुलाम हो गए। हुण पंजाबी लड़न लगे ने, पंजाब बदले। एक गल याद रखना, हिंदुस्तान उदों अलग है ते पंजाब अलग है। शाह मुहम्मद ने इस गल दी अपने जंगनामे दे विच गवाही भरी है। वो कहंदा जंग हिंद पंजाब दा होण लगा, दोवें पातशाही फौजां पारियां। अज इस हिस्से दे उत्ते आपां बैठे हां, ये अंग्रेज दा राज सी उस समय। लुधियाने तो परला पासा, दरिया सतलुज तो परला पासा और महाराजा रणजीत सिंह दा राज सी। उंज ये भी पंजाबियों दा राज सी, पर इहदे ते इन्हां रियासतां दे उत्ते राज करन वाले वो पहले ही अंग्रेज दा पानी भरन लग पए सन। ਉਹਦੇ ਵਿੱਚ महाराजा पटियाला, महाराजा जींद, महाराजा नाभा ਨੂੰ ਜ਼ਬਰਦਸਤੀ ਉਹਨਾਂ ਨੇ ਗੱਦੀਆਂ ਉਤਾਰ ਦਿੱਤਾ, महाराणी फरीदकोट, लक्ष्मण कौर, ये सारे दे सारे अंग्रेज़ों ने अपने गुलाम बना के अखीर महाराजा रणजीत सिंह का राज अपनी गिरफ्त में लैके आंदा। पर पंजाबियों को पता नहीं लगा वो कदों पंजाब बदले लड़ते लड़ते हिंदुस्तान की लड़ना शुरू कर देंगे। इस गल का पंजाबियों को नहीं पता लगा। ये बहुत बड़ा दुखांत है साडे इतिहास का, साडी कौम का, साडे पंजाब का, कि अज तक इस गल का एनालिसिस नहीं असी कर सके कि कदों पंजाब वाले हिंदुस्तानियों के गुलाम हो गए। इस गल का पता नहीं लगा। हुण पंजाबी पंजाब बदले लड़ते सन, पर जिहड़े हिंदुस्तान के लीडर सन, जिहड़े चाहते सन भी गोरे नूं इत्थों कढ़ दिता जाए, उन्होंने देखा इन्हां दी भी लड़ाई उही है, साडी भी लड़ाई उही है, इन्हां नूं अपने नाल रला दिया जाए। गांधी वर्गे, नेहरू वर्गियां ने, चलाक बाणियां बुद्धि ने, पता नहीं लगा सिखां दे लीडरां नूं कदों हत्थां उत्ते पा लिया। चाबियां दा मोर्चा लगा, उस तो बाद गुरु के बाग दा मोर्चा लगा, ते गांधी बड़ी शैतानी दे नाल एक शब्द वरतदा है कि अज असीं आज़ादी दी अद्धी लड़ाई जित लईए। जिस दिन गुरु के बाग दा मोर्चा फतेह हुंदा है उस दिन उहदा ऐलान है। यह जिहड़ा उहदा वाक है यह पंजाबियां नूं भरमा गया।
ਉਹਨੇ ਪੰਜਾਬੀਆਂ ਨੂੰ ਆਪਣੇ ਮਗਰ ਲਾ ਲਿਆ। ਸਹਿਜੇ ਸਹਿਜੇ ਉਹਨਾਂ ਦੇ ਮਨਾਂ ਵਿੱਚੋਂ ਨਿਕਲ ਗਈ ਵੀ ਅਸੀਂ ਪੰਜਾਬ ਲਈ ਲੜਦੇ ਸਾਂ ਕਿ ਹਿੰਦੁਸਤਾਨ ਲਈ ਲੜਦੇ ਸਾਂ। ਫਿਰ ਦੇਸ਼ ਦੀ ਵੰਡ ਹੋਈ, ਉਦੋਂ ਵੀ ਪੰਜਾਬ ਵੰਡਿਆ ਗਿਆ। 1947 ਵਿੱਚ ਹਿੰਦੁਸਤਾਨ ਨਹੀਂ ਵੰਡ ਹੋਇਆ, ਅਸਲ ਦੇ ਵਿੱਚ 1947 ਵਿੱਚ ਬਹੁਤਾ ਹਿੱਸਾ ਪੰਜਾਬ ਦਾ ਵੰਡਿਆ ਗਿਆ। ਤੁਸੀਂ ਸਿਆਣੇ ਬੰਦੇ ਬੈਠੇ ਇਸ ਗੱਲ ਨੂੰ ਜਾਣਦੇ ਹੋਵੋਗੇ। ਸਾਡਾ ਸੰਤਾਪ ਕੀ ਹੈ? ਅੱਜ ਤੋਂ ਸ਼ੁਰੂ ਨਹੀਂ ਹੋਇਆ ਸਾਡਾ ਸੰਤਾਪ। ਸਾਡਾ ਸੰਤਾਪ ਤੇ ਜਿਸ ਦਿਨ ਤੋਂ ਦੇਸ਼ ਦੀ ਵੰਡ ਹੋਈ ਹੈ ਉਸੇ ਦਿਨ ਤੋਂ ਸਾਡੇ ਮੱਥੇ ਲੱਗੇ। ਹੁਣ ਇਹ ਜਿਹੜਾ ਸੰਤਾਪ ਉਸ ਸਮੇਂ ਸ਼ੁਰੂ ਹੋ ਗਿਆ ਜਦੋਂ ਜਨਾਬ ਸਿੱਖਾਂ ਨੂੰ ਕਹਿੰਦਾ ਤੁਸੀਂ ਸਾਡੇ ਨਾਲ ਆ ਜਾਓ, ਇੱਧਰਲੇ ਕਹਿੰਦੇ ਨੇ ਤੁਸੀਂ ਸਾਡੇ ਨਾਲ ਆ ਜਾਓ। ਸਾਡੇ ਕੋਲ ਲੀਡਰ ਸਿਆਣੇ ਨਹੀਂ ਸਨ, ਉਹ ਫੈਸਲਾ ਨਹੀਂ ਕਰ ਸਕੇ ਵੀ ਕਿਹਦੇ ਪਾਸੇ ਜਾਣਾ ਚਾਹੀਦਾ ਹੈ, ਜਾਂ ਆਪਣੀ ਵੱਖਰੀ ਸਟੇਟ ਲੈ ਲੈਣੀ ਚਾਹੀਦੀ, ਵੱਖਰਾ ਦੇਸ਼ ਲੈ ਲੈਣਾ ਚਾਹੀਦਾ ਹੈ। ਇਸ ਗੱਲ ਦਾ ਫੈਸਲਾ ਨਹੀਂ ਕਰ ਸਕੇ। ਇੱਕ ਬੰਦਾ ਵਕੀਲ ਹੈ, ਇੱਕ ਪਾਸੇ ਮਾਸਟਰ ਹੈ, ਦੋਹਾਂ ਦੇ ਪੜ੍ਹਾਈ ਦੇ ਵਿੱਚ ਬਹੁਤ ਵੱਡਾ ਅੰਤਰ ਹੈ, ਦੋਹਾਂ ਦੀ ਜ਼ਿਹਨੀਅਤ ਵਿੱਚ ਬਹੁਤ ਵੱਡਾ ਅੰਤਰ ਹੈ, ਫੈਸਲਾ ਨਹੀਂ ਕਰ ਪਾਏ। ਇੱਕ ਬੰਦਾ ਆਪਣੇ ਕਾਰਖਾਨੇ ਕਲਕੱਤੇ ਦੇ ਵਿੱਚ ਬਚਾਉਣ ਵਾਸਤੇ ਉਹ ਪੰਥ ਦੀਆਂ ਤੇ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾ ਜਾਂਦਾ ਹੈ। ਬਾਅਦ ਵਿੱਚ ਮਰਨ ਲੱਗਿਆ ਉਹਨੂੰ ਇਹ ਅਹਿਸਾਸ ਹੁੰਦਾ ਮੈਂ ਸੱਚਮੁੱਚ ਪੰਥ ਦੀਆਂ ਕੌਮ ਦੀਆਂ ਬੇੜੀਆਂ ਦੇ ਵਿੱਚ, ਪੰਜਾਬੀਆਂ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾ ਦਿੱਤੇ। ਮਰਨ ਲੱਗਿਆ ਅਹਿਸਾਸ ਹੁੰਦਾ। ਖੈਰ, ਜਿਸ ਗੱਲ ਉੱਤੇ, ਜਿਸ ਮੁੱਦੇ ਉੱਤੇ ਮੈਂ ਆਉਣਾ ਚਾਹੁੰਦਾ, 1947 ਵਿੱਚ ਪੰਜਾਬ ਵੰਡਿਆ ਗਿਆ। ਅੱਧਾ ਪੰਜਾਬ ਉੱਧਰ ਰਹਿ ਗਿਆ, ਅੱਧਾ ਇੱਧਰ ਰਹਿ ਗਿਆ। ਫਿਰ ਇੱਕੋ ਇੱਕ ਸਟੇਟ ਹੈ ਜਿਸ ਸਟੇਟ ਨੂੰ ਆਪਣੀ ਬੋਲੀ ਦੇ ਆਧਾਰ ਤੇ ਇਹਨੂੰ ਸੂਬੇ ਦਾ ਦਰਜਾ ਦਿਵਾਉਣ ਵਾਸਤੇ ਵੀ ਮੋਰਚਾ ਲਾਉਣਾ ਪਿਆ। ਇੱਕੋ ਸਟੇਟ ਹੈ। ਬਾਕੀ ਹਿੰਦੁਸਤਾਨ ਦੀਆਂ ਸਟੇਟਾਂ ਬੋਲੀ ਦੇ ਆਧਾਰ ਉੱਤੇ ਬਣੀਆਂ। ਕੇਵਲ ਪੰਜਾਬੀਆਂ ਨੂੰ ਮੋਰਚਾ ਲਾਉਣਾ ਪਿਆ ਵੀ ਸਾਨੂੰ ਤੁਸੀਂ ਆਖਿਆ ਸੀ ਹਿੰਦੁਸਤਾਨ ਆਜ਼ਾਦ ਹੋਣ ਤੋਂ ਬਾਅਦ ਉੱਤਰੀ ਭਾਰਤ ਦੇ ਵਿੱਚ ਤੁਹਾਨੂੰ ਆਜ਼ਾਦੀ ਦਾ ਨਿੱਘ ਮਿਲੇਗਾ, ਬਾਕੀਆਂ ਨੂੰ ਤੇ ਨਿੱਘ ਮਿਲ ਗਿਆ, ਸਾਡੇ ਹਿੱਸੇ ਦਾ ਨਿੱਘ ਕਿੱਥੇ ਹੈ? ਤੇ ਜਦੋਂ ਮਾਸਟਰ ਤਾਰਾ ਸਿੰਘ ਹੋਣੀ ਪੰਡਤ ਨਹਿਰੂ ਦੇ ਕੋਲ ਜਾਂਦੇ ਨੇ, ਪੰਡਤ ਨਹਿਰੂ ਦਾ ਜਵਾਬ ਹੈ ਮਾਸਟਰ ਜੀ ਅਬ ਵਕਤ ਬਦਲ ਗਿਆ। ਹੁਣ ਵਕਤ ਪਹਿਲਾਂ ਵਾਲਾ ਨਹੀਂ ਲਿਆ, ਕਿਉਂਕਿ ਹੁਣ ਸਾਡੇ ਹੱਥ ਵਿੱਚ ਤਾਕਤ ਹੈ। ਤੁਹਾਨੂੰ ਤੇ ਸਮਝ ਲਿਆ, ਤੁਸੀਂ ਤੇ ਪਿਛਲਾ ਗੋ। ਉਸ ਸਮੇਂ ਮਾਸਟਰ ਤਾਰਾ ਸਿੰਘ ਨੂੰ ਵੀ ਅਹਿਸਾਸ ਹੋਇਆ ਵੀ ਅਸੀਂ ਵੀ ਗਲਤੀ ਕਰ ਬੈਠੇ। ਫਿਰ ਪੰਜਾਬ ਮੰਗਣ ਵਾਸਤੇ ਮੋਰਚਾ ਲਾਇਆ, ਤੇ ਜਦੋਂ ਪੰਜਾਬ ਸੂਬਾ ਬਣਾਉਣ ਵਾਸਤੇ ਮੋਰਚਾ ਲਾਇਆ, ਬੜੀ ਚਲਾਕੀ ਦੇ ਨਾਲ ਉਹਨਾਂ ਨੇ ਸਰਵੇਖਣ ਕਰਵਾ ਕੇ, ਕਈਆਂ ਅਖਬਾਰਾਂ ਨੇ, ਆਪਣਾ ਮੀਡੀਆ ਨੇ ਆਪਣਾ ਰੋਲ ਨਿਭਾਇਆ ਵੀ ਆਪਣੀ ਭਾਸ਼ਾ ਪੰਜਾਬੀ ਨਾਲ ਲਿਖਾਈ ਜਾਵੇ, ਹਿੰਦੀ ਲਿਖਵਾਈ ਜਾਵੇ। ਤੇ ਪੰਜਾਬ ਦੇ ਵਿੱਚੋਂ ਹੀ ਹਰਿਆਣਾ ਨਿਕਲ ਗਿਆ, ਹਿਮਾਚਲ ਨਿਕਲ ਗਿਆ, ਤੇ ਸਾਡੇ ਬਦਲੇ ਸੂਬੇ ਦੀ ਬਜਾਏ, ਸਾਡੇ ਹਿੱਸੇ ਸੂਬੇ ਦੀ ਬਜਾਏ ਆ ਲੰਗੜੀ ਜੀ ਸੂਬੀ ਆ ਗਈ। ਚਲੋ ਠੀਕ ਹੈ, ਪੰਜਾਬੀਆਂ ਨੇ ਉਹ ਵੀ ਗੱਲ ਪ੍ਰਵਾਨ ਕਰ ਲਈ ਵੀ ਇੱਥੇ ਤੇ ਅਮਨ ਅਮਾਨ ਦੇ ਨਾਲ ਰਹਿ ਸਕੀਏ। ਜਦੋਂ ਹਿੰਦੁਸਤਾਨ ਦੀ ਜਨਤਾ ਦੇ ਵਾਸਤੇ ਅੰਨ ਨਹੀਂ ਸੀ, ਉਦੋਂ ਪੰਜਾਬੀਆਂ ਨੂੰ ਫਿਰ ਆਖਿਆ ਗਿਆ ਤੁਹਾਡੇ ਵਰਗਾ ਅੰਨਦਾਤਾ ਕੋਈ ਨਹੀਂ। ਹਰੀ ਕ੍ਰਾਂਤੀ ਲਿਆਉਣ ਦੀ ਹੁਣੇ ਗੱਲ ਕਰ ਰਹੇ ਸਨ ਵੀਰ ਜੀ, ਹਰੀ ਕ੍ਰਾਂਤੀ ਲਿਆਂਦੀ, ਪੰਜਾਬੀਆਂ ਨੇ ਦੇਸ਼ ਦਾ ਅੰਨ ਭੰਡਾਰ ਭਰ ਦਿੱਤਾ। ਉਹ ਹਰੀ ਕ੍ਰਾਂਤੀ ਲਿਆਉਣ ਦੇ ਬਦਲੇ ਵੀ ਆਪਣੀਆਂ ਨਸਲਾਂ ਦੀਆਂ ਜੜ੍ਹਾਂ ਦੇ ਵਿੱਚ ਅਸੀਂ ਉਹ ਤੇਲ ਚੋ ਦਿੱਤਾ ਜਿਹਦੇ ਨਾਲ ਸਾਡੀਆਂ ਨਸਲਾਂ ਬਰਬਾਦੀ ਦੀ ਰਾਹ ਉੱਤੇ ਤੁਰ ਪਈਆਂ। ਐਸੇ ਬਿੱਲ ਲਿਆਂਦੇ ਗਏ ਲੁਕਵੇਂ ਤਰੀਕੇ ਦੇ ਨਾਲ, ਜਿਨ੍ਹਾਂ ਨੇ ਪੰਜਾਬ ਮਾਰੂ ਕਾਨੂੰਨ ਲਾਗੂ ਕੀਤੇ। ਸਾਡੀ ਇੱਕ ਜਿਹੜੀ ਜਵਾਨੀ ਦਾ ਹਿੱਸਾ ਹੈ ਉਹ ਖਾੜਕੂ ਕਹਿ ਕੇ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਵਾਲਾ ਹਿੱਸਾ ਜਿਹੜਾ ਅਗਲੀ ਜਵਾਨੀ ਦਾ ਹੈ ਉਹਨੂੰ ਨਸ਼ਿਆਂ ਦੇ ਵਿੱਚ ਲਾ ਦਿੱਤਾ ਗਿਆ। ਤੇ ਅੱਜ ਜੇਕਰ ਪੰਜਾਬ ਦੇ ਕਿਸਾਨ ਦੇ ਕੋਲ ਕਿਸਾਨੀ ਬਚੀ ਹੈ, ਉਹਨੂੰ ਵੀ ਲੁੱਟਣ ਦੇ ਵਾਸਤੇ ਕੇਂਦਰ ਨੇ ਤਿਆਰੀ ਕਰ ਲਈ, ਬਿੱਲ ਪਾਸ ਕਰ ਦਿੱਤੇ ਗਏ। ਪਰ ਪੰਜਾਬ ਦਾ ਜਿਹੜਾ ਪੰਜਾਬੀ ਹੈ, ਪੰਜਾਬ ਦਾ ਜਿਹੜਾ ਕਿਸਾਨ ਹੈ, ਉਹ ਫਿਰ ਵੀ ਚਾਹੁੰਦਾ ਹੈ ਕਿ ਮੈਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਕੇਂਦਰ ਦੇ ਕੋਲ ਪਹੁੰਚਾਵਾਂ, ਹੋਰ ਤੇ ਕੁਝ ਨਹੀਂ ਕਰ ਸਕਦਾ। ਆਹ ਧਰਨੇ ਲਾ ਕੇ ਅਸੀਂ ਕੇਂਦਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ। ਧਰਨਿਆਂ ਵਿੱਚ ਬੈਠਾ ਹੋਇਆ ਕਿਸਾਨ ਜਿਵੇਂ ਕੇਂਦਰ ਨੂੰ ਆਪਣੇ ਹੱਕਾਂ ਦੀ ਗੱਲ ਕਰ ਰਿਹਾ, ਆਪਣੇ ਹੱਕਾਂ ਦੀ ਆਵਾਜ਼ ਜਿਵੇਂ ਕੇਂਦਰ ਤੱਕ ਪਹੁੰਚਾ ਰਿਹਾ, ਇੱਥੋਂ ਕਹਾਣੀ ਸ਼ੁਰੂ ਹੋ ਰਹੀ ਹੈ। ਆਓ ਕਾਬਲੇ ਗੌਰ ਲੈਣਾ ਤੇ ਕਾਬਲੇ ਗੌਰ ਅੰਦਾਜ਼ ਜਰਾ ਗੌਰ ਸੁਣੋ।
बोलदा मैं मेरे ते रहम हाकम खावो। मेरी गल दा उत्तर मैनू ही मारन लई नित क्यों नवा कानून लिहावो। मैनू ही मारन लई नित क्यों नवा कानून लिहावो। किरसान बोलदा मैं मेरे ते रहम हाकम खावो। किरसान बोलदा मैं मेरे ते रहम हाकम खावो। सड़कां उत्ते रुलदा अन्नदाता देश दा मैं अज हां सड़कां उत्ते रुलदा। ढिड देश दा भरन वाला खुद है भुख नंग नाल घुलदा। करजे विच फसिया हां करजे विच फसिया हां करजे विच फसिया हां मेरा ना सबर अजमावो। किरसान बोलदा मैं मेरे ते रहम हाकम खावो। किरसान बोलदा मैं मेरे ते रहम हाकम खावो। फसलां नूं पाला सप्पां दियां सिरियां नूं मिध के मैं फसलां नूं पाला। सेकां धुप्पां हाड़ दियां कट्टां रातां विच सियाला। मेरी कुर्बानी नूं कातों मिट्टी विच मिलावो। मेरी कुर्बानी नूं कातों मिट्टी विच मिलावो। किरसान बोलदा मैं मेरे ते रहम हाकम खावो। किरसान
ਸਭ ਗੱਲਾਂ ਸਮਝਾਉਂਦਾ। ਮੈਨੂੰ ਮਾਲਕ ਰਹਿਣ ਦਿਓ, ਮੈਨੂੰ ਮਾਲਕ ਰਹਿਣ ਦਿਓ, ਮੈਨੂੰ ਮਾਲਕ ਰਹਿਣ ਦਿਓ, ਐਵੇਂ ਨਾ ਮਜ਼ਦੂਰ ਬਣਾਵੋ। ਮੈਨੂੰ ਮਾਲਕ ਰਹਿਣ ਦਿਓ, ਐਵੇਂ ਨਾ ਮਜ਼ਦੂਰ ਬਣਾਵੋ। ਕਿਰਸਾਨ ਬੋਲਦਾ ਮੈਂ ਮੇਰੇ ਤੇ ਰਹਿਮ ਹਾਕਮ ਖਾਵੋ। ਕਿਰਸਾਨ ਬੋਲਦਾ ਮੈਂ ਮੇਰੇ ਤੇ ਰਹਿਮ ਹਾਕਮ ਖਾਵੋ। ਨਸ਼ਿਆਂ ਮਾਰੀਆਂ ਨਸਲਾਂ ਪਹਿਲਾਂ ਅੱਤਵਾਦੀ ਕਹਿ ਕੇ ਤੇ ਫਿਰ ਨਸ਼ਿਆਂ ਮਾਰੀਆਂ ਨਸਲਾਂ। ਸਭ ਕੁਝ ਹੀ ਲੁੱਟ ਲਿਆ ਹੈ ਪਰ ਛੱਡ ਦੇਵੋ ਹੁਣ ਫਸਲਾਂ। ਸੱਚ ਕਹਿੰਦਾ ਨੂਰਪੁਰੀ ਸਾਨੂੰ ਨਾ ਬਿਖੜੇ ਰਾਹ ਪਾਵੋ। ਸੱਚ ਕਹਿੰਦਾ ਨੂਰਪੁਰੀ ਸਾਨੂੰ ਨਾ ਬਿਖੜੇ ਰਾਹ ਪਾਵੋ। ਕਿਰਸਾਨ ਬੋਲਦਾ ਮੈਂ ਮੇਰੇ ਤੇ ਰਹਿਮ ਹਾਕਮ ਖਾਵੋ। ਕਿਰਸਾਨ ਬੋਲਦਾ ਮੈਂ ਮੇਰੇ ਤੇ ਰਹਿਮ ਹਾਕਮ ਖਾਵੋ। ਕਿਰਸਾਨ ਬੋਲਦਾ ਮੈਂ ਮੇਰੇ ਤੇ ਰਹਿਮ ਹਾਕਮ ਖਾਵੋ। ਇਸ ਮੋਰਚੇ ਦੇ ਰੂਹੇ ਰਵਾਂ ਬਾਈ ਦੀਪ ਸਿੱਧੂ ਉਹ ਵੀ ਆਪਣੇ ਦਰਮਿਆਨ ਪਹੁੰਚ ਚੁੱਕੇ ਨੇ। ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਉੱਘੇ ਸਮਾਜ ਸੇਵੀ ਪੀਪੀ ਸੁਖਵਿੰਦਰ ਸਿੰਘ ਉਹ ਵੀ ਪਹੁੰਚੇ ਹੋਏ ਨੇ। ਹੋਰ ਜਿੰਨੇ ਵੀ ਸ਼ਖਸੀਅਤਾਂ ਤੁਸੀਂ ਲੰਮੇ ਸਮੇਂ ਤੋਂ ਹਾਜ਼ਰੀ ਭਰ ਰਹੇ, ਆਪ ਸਭਨਾਂ ਦਾ ਧੰਨਵਾਦ ਕਰਦਾ। ਆਪਣੇ ਕੰਮਾਂ ਨੂੰ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੋ। ਬੜਾ ਔਖਾ ਹੁੰਦਾ ਹੈ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਕਿਸੇ ਐਸੀ ਥਾਂ ਤੇ ਜਾ ਬੈਠਣਾ ਜਿੱਥੇ ਸਾਡੇ ਜਾਨ ਮਾਲ ਦੀ ਵੀ ਕੋਈ ਰਾਖੀ ਨਹੀਂ। ਬੜਾ ਔਖਾ ਹੁੰਦਾ ਹੈ। ਪੰਜਾਬੀ ਦਾ ਇੱਕ ਕਵੀ ਲਿਖਦਾ ਹੈ, ਉਹ ਕਹਿੰਦਾ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨਦਾਨੀਆਂ ਦੇ। ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨਦਾਨੀਆਂ ਦੇ। ਕਿਸੇ ਆਖਿਆ ਕੌਮਾਂ ਨੂੰ ਕਾਇਮ ਰੱਖਣ ਇਕੱਠੇ ਕੀਤੇ ਹੋਏ ਗਿਆਨੀਆਂ ਦੇ। ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ, ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਉਂਝ ਤੇ ਸਾਰੀਆਂ ਗੱਲਾਂ ਹੀ ਚੰਗੀਆਂ ਨੇ, ਚੰਗੇ ਗੁਣ ਨੇ, ਚੰਗੀਆਂ ਨਿਸ਼ਾਨੀਆਂ ਦੇ। ਐ ਪਰ ਤੱਤ ਸਿਆਣਿਆਂ ਕੱਢ ਕੇ ਹਾ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ। ਕੁਰਬਾਨੀ ਤੋਂ ਬਿਨਾ ਗੁਲਾਮੀ ਕਦੇ ਗਲੋਂ ਨਹੀਂ ਲੈਂਦੀ। ਇਹ ਜਿਹੜੀ ਕੁਰਬਾਨੀ ਵੀ ਤੁਸੀਂ ਕਰ ਰਹੇ ਹੋ ਆਪਣੇ ਪਰਿਵਾਰਾਂ ਨੂੰ ਤਿਆਗ ਕੇ, ਆਪਣੇ ਸੁੱਖ ਅਤੇ ਆਰਾਮ ਦੀ ਜ਼ਿੰਦਗੀ ਨੂੰ ਤਿਆਗ ਕੇ ਤੁਸੀਂ ਇੱਥੇ ਬੈਠੇ ਹੋ, ਦਿਨ ਰਾਤ ਇੱਕ ਕੀਤਾ ਹੋਇਆ ਹੈ। ਕਿਸਾਨੀ ਦਾ ਸੰਘਰਸ਼ ਲੜ ਰਹੇ ਹੋ, ਆਪਣੇ ਹੱਕਾਂ ਦੇ ਵਾਸਤੇ, ਆਪਣੀ ਜ਼ਮੀਨ ਦੇ ਵਾਸਤੇ, ਆਪਣੇ ਪੰਜਾਬ ਦੇ ਵਾਸਤੇ ਲੜ ਰਹੇ ਹੋ। ਤੁਹਾਡੀ ਇਸ ਲੜਾਈ ਦੀ ਚੜ੍ਹਦੀ ਕਲਾ ਦੀ ਮੈਂ ਅਰਦਾਸ ਕਰਦਾ ਤੇ ਤੁਹਾਡੇ ਸਿਦਕ ਨੂੰ, ਤੁਹਾਡੀ ਜਿੰਦਾ ਦਿਲੀ ਨੂੰ ਮੈਂ ਪ੍ਰਣਾਮ ਕਰਦਾ ਹਾਂ। ਆਓ ਜਿੰਨਾ ਸਮਾਂ ਮੇਰੇ ਕੋਲ ਬਾਕੀ ਉਹਨੇ ਸਮੇਂ ਵਿੱਚ ਇਤਿਹਾਸ ਦੀ ਇੱਕ ਵਾਰਤਾ ਤੁਹਾਡੇ ਨਾਲ ਸਾਂਝੀ ਕਰਾਂਗਾ। ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ ਸਭ ਤੋਂ ਪਹਿਲਾਂ ਉਸ ਕੌਮ ਦੀ ਭਾਸ਼ਾ ਖੋਹੀ ਜਾਂਦੀ ਹੈ ਤੇ ਸਾਡੀ ਕੌਮ ਦੀ ਭਾਸ਼ਾ ਵੀ ਖੋਲੀ ਗਈ। ਅਸੀਂ ਜਾਣਦੇ ਹਾਂ ਕਿਵੇਂ ਕੁਝ ਨਾਲ ਲੱਗਦੇ ਸੂਬਿਆਂ ਦੇ ਵਿੱਚੋਂ ਪੰਜਾਬੀ ਨੂੰ ਮਨਫੀ ਕਰ ਦਿੱਤਾ ਗਿਆ। ਉਸ ਤੋਂ ਅਗਲਾ ਹੈ ਵੀ ਕੁਦਰਤੀ ਸੋਮੇ ਲੁੱਟ ਲੈ ਜਾਣ ਉਸ ਪ੍ਰਾਂਤ ਦੇ, ਉਸ ਦੇਸ਼ ਦੇ, ਉਸ ਕੌਮ ਦੇ, ਜਿਹਦੇ ਨਾਲ ਉਹ ਕੌਮ ਪ੍ਰਫੁੱਲਤ ਹੋ ਸਕਦੀ ਹੈ, ਜਿਹਦੇ ਨਾਲ ਉੱਥੋਂ ਦੇ ਰਹਿਣ ਵਾਲੇ ਲੋਕ ਪ੍ਰਫੁੱਲਤ ਹੋ ਸਕਦੇ। ਸਾਡਾ ਪਾਣੀ ਲੁੱਟ ਲਿਆ ਗਿਆ। ਪੰਜਾਬ ਦੇ ਪਾਣੀਆਂ ਤੋਂ ਬਣੀ ਹੋਈ ਬਿਜਲੀ, ਸਾਡੇ ਪਾਣੀ ਲੁੱਟ ਲਿਆ ਗਿਆ। ਪਾਣੀਆਂ ਦੇ ਨਾਲ ਬਣੀ ਹੋਈ ਬਿਜਲੀ ਦੇ ਨਾਲ
कोई दूसरा प्रदेश जगमगाया, पंजाब हनेरे में डुबिया रहा। पंजाब के पानियां नाल फसल दूजे सूबे की पली, कुदरती पानी जिहड़ा दूजे सूबे नूं दे दिता गया, जमीन विचों कढे होए पानी दे नाल पंजाब वाले फसल पालते रहे। जिहड़ा जमीन हेठला पानी है उहदा पੱਧਰ नीवा चला गया। कुदरती पानी दे नाल पंजाबियों नूं कोई लाभ नहीं होया। बिना किसी मुल दे, बिना किसी व्याज दे, बिना कुछ दिते लै लखां क्यूसक मीटर पानी वो जिहड़ा दूसरे प्रांतां दे विच चला गया। हुण उस तो अगली गल जिहड़ी हुंदी है भी जिस भी कौम जां देश नूं मारना है ਉਹਦੀ ਇਕਨੋਮਿਕਲੀ ਹਾਲਤ ਜਿਹੜੀ ਮਾੜੀ ਕਰ ਦਿਓ। ਤੇ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਖੇਤੀਬਾੜੀ ਦੇ ਉੱਤੇ ਖਲੋਤੀ ਹੈ। ਖੇਤੀਬਾੜੀ ਪ੍ਰਧਾਨ ਸੂਬਾ ਹੈ ਪੰਜਾਬ, ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅੱਖ ਪੰਜਾਬ ਦੇ ਉੱਤੇ ਗਹਿਰੀ ਰਹੀ ਹੈ। ਕੋਈ ਵੀ ਸਰਕਾਰ ਦਿੱਲੀ ਦੇ ਤਖਤ ਉੱਤੇ ਬੈਠੀ ਹੈ, ਉਹਦੀਆਂ ਅੱਖਾਂ ਦੇ ਵਿੱਚ ਪੰਜਾਬ ਰੜਕਦਾ ਰਿਹਾ, ਚਾਹੇ ਉਹ ਹੁਣ ਦੀਆਂ ਸਰਕਾਰਾਂ ਸੀ ਤੇ ਚਾਹੇ ਉਹ बीत चुके समय ਦੀਆਂ ਮੁਗਲਾਂ ਦੀਆਂ ਸਰਕਾਰਾਂ ਸੀ। ਮੁਗਲਾਂ ਦਾ ਰਾਜ ਆਇਆ, ਬਾਬਾ ਬੰਦਾ ਸਿੰਘ ਬਹਾਦਰ ਤੋਂ ਆਪਾਂ ਗੱਲ ਆਰੰਭ ਕੀਤੀ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਜਾਰਿਆਂ ਨੂੰ ਮਾਲਕ ਬਣਾ ਦਿੱਤਾ। ਜਿਹੜੇ ਖੇਤੀ ਕਰਨ ਵਾਲੇ ਸਨ, ਨੌਕਰ ਸਨ ਆਪਣੇ ਖੇਤਾਂ ਦੇ ਵਿੱਚ, ਉਹਨਾਂ ਨੂੰ ਵੀ ਉਹਨਾਂ ਖੇਤਾਂ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ। ਪਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ, ਉਹਦੀ ਸ਼ਹਾਦਤ ਤੋਂ ਬਾਅਦ ਇੱਕਦਮ ਜਿਹੜੀ ਕੌਮ ਹੈ ਚੁੱਪ ਕਰ ਗਈ ਤੇ कौम नूं खत्म करने के ऐलान भी कर दिते गए भी कौम नूं किसी तरीके खत्म कर दिता जाए। ना पंजाब में सिख रहना चाहिए, ना सिक्खी दिसनी चाहिए। जकरिया खान लाहौर का सूबेदार बनता है, उन्हें ऐलान कर दिता जिथे भी कोई सिख नजर आता है उन्होंने गिरफ्तार कर लिया जाए, उसका सिर वड्ड के लिया जाए, उसका घर काट लुट लिया जाए, उन्होंने मानसिक पक्षों भी कमजोर कर दो, उन्होंने आर्थिक पक्षों कमजोर करने का भी तरीका लभ्या। बहुत सारे चौधरी सन, अज की भाषा में उन्होंने झोली चुक आख्या जाता है, गदार आख्या जाता है। वख-वख पिंडां विच, वख-वख इलाकों के विच सरकार ने अपनियां रखेलां बना के चौधरी रखे हुए सन, जिन्होंने हुक्म सी तुसीं सिख दा घर लुट लवो, लुट मुआफ है। जेकर सिख दा कतल कर देवो, कतल मुआफ है, तुहानूं कुछ नहीं आख्या जाएगा। हुण ये जिहड़ियां ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਪੰਜਾਬ ਦੇ ਵਿਰੋਧ ਵਿੱਚ ਸਨ, ਸਿੱਖਾਂ ਦੇ ਵਿਰੋਧ ਵਿੱਚ ਸਨ। ਹੁਣ ਵੱਖ-ਵੱਖ ਚੌਧਰੀਆਂ ਨੇ ਅੱਤ ਚੁੱਕ ਲਈਏ ਵੀ ਸਿੱਖਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ ਜਾਵੇ। ਉਹਨੂੰ ਕਮਜ਼ੋਰ ਕਰਨ ਦਾ ਇੱਕ ਤਰੀਕਾ ਇਹਨਾਂ ਨੇ ਲੱਭਿਆ ਵੀ ਸਿੱਖਾਂ ਦੀਆਂ ਫਸਲਾਂ ਉਜਾੜ ਦੇਵੋ। ਜਿਹੜੀਆਂ ਇਹਨਾਂ ਨੇ ਫਸਲਾਂ ਬੀਜੀਆਂ ਹੋਈਆਂ ਨੇ, ਸਾਰੇ ਸਿੰਘ ਲੜਾਕੂ ਨਹੀਂ ਸਨ, ਸਾਰੇ ਸਿੰਘ ਹਕੂਮਤ ਦੇ ਨਾਲ ਟੱਕਰ ਲੈਣ ਵਾਲੇ ਨਹੀਂ ਸਨ। ਜਿਹੜੇ ਹਕੂਮਤ ਦੇ ਨਾਲ ਟੱਕਰ ਲੈਣ ਵਾਲੇ ਸਨ ਉਹਨਾਂ ਕੋਲੋਂ ਤੇ ਬਚ ਕੇ ਰਹਿੰਦੀ ਸੀ ਸਰਕਾਰ, ਪਰ ਜਿਹੜੇ ਪਿੰਡਾਂ ਵਿੱਚ ਅਮਨ ਅਮਾਨ ਦੇ ਨਾਲ ਵਸਣ ਵਾਲੇ ਸਨ ਉਹਨਾਂ ਦੇ ਉੱਤੇ ਆਏ ਦਿਨ ਕੋਈ ਨਾ ਕੋਈ ਜ਼ੁਲਮ ਕੀਤਾ ਜਾਂਦਾ ਸੀ। ਜਿਵੇਂ ਬੀਤ ਚੁੱਕੇ ਸਮੇਂ ਦੇ ਵਿੱਚ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਪੰਜਾਬ ਵਿੱਚ ਵਸਣ ਵਾਲੇ ਲੋਕਾਂ ਦੇ ਉੱਤੇ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ, ਜਿਹੜੇ ਨਿਰਦੋਸ਼ੇ ਸਨ, ਘਰਾਂ ਚੋਂ ਮੁੰਡੇ ਚੱਕ ਕੇ ਗਾਇਬ ਕਰ ਦਿੱਤੇ ਗਏ। ਖੈਰ ਉਸ ਸਮੇਂ ਦੀ ਸਰਕਾਰ ਨੇ ਵੀ ਇਹ ਕੁਝ ਕੀਤਾ। ਹੁਣ ਸਾਹਿਬ ਰਾਏ ਨਾਂ ਦਾ ਚੌਧਰੀ ਹੈ नशहरे का, ਉਹਦੇ ਕੋਲ ਵੀ ਸਰਕਾਰ ਦਾ ਹੁਕਮ ਪਹੁੰਚਾ ਵੀ ਤੇਰੇ ਇਲਾਕੇ ਦੇ ਵਿੱਚ ਕੋਈ ਸਿੱਖ ਨਹੀਂ ਦਿਸਣਾ ਚਾਹੀਦਾ। ਉਹਨੇ ਸਿੱਖਾਂ ਨੂੰ ਖਤਮ ਕਰਨ ਦਾ ਇੱਕ ਤਰੀਕਾ ਲੱਭਿਆ ਵੀ ਸਿੱਖਾਂ ਦੀਆਂ ਫਸਲਾਂ ਉਜਾੜ ਦੇਵੋ। ਉਹ ਆਏ ਦਿਨ ਆਪਣੀਆਂ ਘੋੜੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਖੇਤਾਂ ਵਿੱਚ ਬੰਨ੍ਹ ਦਿੰਦਾ ਹੈ। ਜਿਹੜੀਆਂ ਘੋੜੀਆਂ ਨੇ ਉਹ ਸਿੱਖਾਂ ਦੀਆਂ ਫਸਲਾਂ ਉਜਾੜ ਦਿੰਦੀਆਂ ਨੇ। ਜੋ ਜ਼ੁਲਮ ਨਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੀਆਂ ਫਸਲਾਂ ਉਜਾੜਨ ਬਦਲੇ ਉਹਨਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਵਾਸਤੇ ਕਰਦਾ ਹੈ। ਉਹ ਤੁਹਾਡੀ ਸੇਵਾ ਦੇ ਵਿੱਚ ਜਤਿੰਦਰ ਸਿੰਘ ਨੂਰਪੁਰੀ ਦੇ ਸਾਥੀ ਇਉਂ ਕਹਿ ਰਹੇ ਨੇ।
राय ने जुल्म दी है अत मचाई, हो साहब राय ने जुल्म दी है अत मचाई।
चौधरी भुल गया खुदाई। हो नूरपुरी सत चौधरी भुल गया खुदाई। सच चौधरी भुल गया खुदाई। हो नूरपुरी सच चौधरी भुल गया खुदाई। भुल गया खुदाई। भुल गया खुदाई। इतिहास के सत्कार विच बहुत सारे वीरां दे वल्लों माया द्वारा मान भेजा गया। सतगुरु सच्चे पातशाह चढ़ती कला दी दात बख्शिश कर नौजवान वीर आए ने। नौजवानों के कोल जोश हुंदा है, बजुर्गों के कोल होश हुंदी। जे जोश ते होश दोनों रल जाण ते इनकलाब आ जाया करता है। पर मैं वेख रहा सी नौजवान फोटोआं लैण दे विच मशरूफ होए सी। भाई दीप सिद्धू सैलीब्रिटी ने हर किसी का दिल करता है भी उन्हां नाल फोटोआं खिचवाइए। मैं उन्होंने धन्यवाद करदा भी अपने सुख आराम छड्ड के बड़ी सुखा भरी जिंदगी है उन्होंने छड्ड के इस मोर्चे का आरंभ किया होया है। सारिਆਂ ਨੂੰ नाल लैके चल रहे ने। असल में साडी जिहड़ी जवानी है वो कलाकारां ते अदाकारां दे पिछे मशरूफ है। उन्होंने अपने आगू मन बैठीए, चंगी गल है जे उन्होंने आगू मन बैठीए तो उन्होंने कलाकारां ते अदाकारां नूं मेरा सलाम है ਜਿਹੜੇ इस संघर्ष ਦੇ ਵਿੱਚ अपना योगदान पा के इस नौजवानी नूं नाल लैके चल रहे हैं ते इनकलाब लियाउण दा यतन कर रहे हैं। मगर लग्या होया तद ही चंगा हुंदा है जेकर ਉਹਦੇ ਮੋਢੇ ਨਾਲ ਮੋਢਾ जोड़ के आरंभे संघर्ष ਦੇ ਵਿੱਚ योगदान पाइए। उंज ते मेरा मनना भी है ਜਿਹੜੇ नौजवान वीर आए ने इस मोर्चे ਦੇ ਵਿੱਚ योगदान पाउण आए ने। पर ऐसा ना होवे साडे पल्ले केवल फेसबुक ते पाउण वास्ते फोटोआं रह जाण, होर कुछ ना बचे। ये जरूर इन्नी गल का ख्याल रखियो। एक कविता मैं होर कहनी है तो तुहाडे कोलों मैं अपनी थां लै लैनी है, खिमा दा जज खो जाना है। हुण साहिब राय सिखां ते जुल्म करदा, सिखां दे खेतां दे विच घोड़ियां बंनदा है, फसलां उजाड़दा है। सिखां ने पहलां ते बड़े प्यार नाल उहनूं बेनती कीती पर वो ना मन्निया। आखिर आगू सिखां दे कोल जाके वो रोए। उन्हां विचों सरदार लखमीर सिंह आदि सिखां ने घोड़ियां फड़ियां ने, दरियाओं पार लै गए, वो वेच दित्तियां ते ओ माया लंगर दे विच भाई तारा सिंह वाह दा डल वाह पिंड दे विच लंगर है उत्थे पा दित्ती। जिथे आए गए सिंह जिवें तुसीं लंगर चलाया होया, भाई तारा सिंह ने इवें लंगर चलाया सी। जिहड़े सिंह संघर्ष विच जूझदे सन उन्हां दे वास्ते टिकाणा सी उहदा डेरा, उन्हां नूं उत्थों लंगर मिलदा सी। इंज कह लईए जिहड़े खाड़कू सन हुकूमत दे नाल लड़न वाले, उन्हां दी एक उन्हां दा रहण बसेरा ते उन्हां दी रिहाइश का प्रबंध उत्थे होया करदा सी। जाके माया उत्थे पा दित्ती। सरदार बघेल सिंह, सरदार लखमीर सिंह ये उत्थे आ गए ने। साहिब राय नूं पता लग गया, पैर दपदा होया मगर मगर भाई तारा सिंह वाह दे डेरे पहुंच गया। आख्या साडे चोर हवाले करते। भाई तारा सिंह वाह कहंदा साहिब राय किहड़े चोर, तेरे तो वड्डा चोर कोई नहीं। किसे नूं चोर मूंह दे उत्ते कहना, किसे चोर नूं चोर मूंह दे उत्ते कहना, ये बहुत वड्डी हिम्मत हुंदी है ते सरकार दीयां नज़रां विच इह हिमाकत हुंदी है। सरकार हर हीले उस बंदे नूं दबाउण दा यतन करेगी जिहड़ा सरकार नूं चोर कहेगा। बड़े लंबे दिनों तो इस संघर्षमई मोर्चा चल रहा। मैं वख-वख विद्वानां दे विचार सुनदा रहना इत्थे जिहड़े बोलदे ने, पर मैनूं बहुत घੱਟ ਇਹ ਗੱਲ नजर आई कि जिहड़े 3 आर्डीनेंस आए ने उन्हां नूं इस स्टेज उत्तों बोलिया जांदा होवे। बहुत घੱਟ ਇਹ ਗੱਲ नजर दे विच आई है। चाहिदा यह है कि जिहड़ा भी बुलारा आवे उहदे तो पहला छपे रूप दे विच 3 आर्डीनेंस स्टेट सैकटरी दे कोल होण। किसी भी बुलारे दे आउण तो पहला 3 आर्डीनेंस जिहड़े ने बिल पास होए ने वो पढ़ के सुनाए जाण। साडे विचों बहुते ऐसे 99% ऐसे बंदे ने जिन्हां नूं उन्हां बिल्लां दे बारे पता नहीं भी उहदे विच आया की है, किहड़े बिल दे विच की लिआंदा गया, किहड़े बिल दे विच की लिआंदा गया, सानूं नहीं पता। यह बहुत वड्डी ट्रैजेडी है भी असीं बैठे इत्थे कर की रहे हैं।
ਸਾਡੀ ਇਹਦੇ ਵਿੱਚੋਂ ਪ੍ਰਾਪਤੀ ਕਿੰਨੀ ਹੋਈ ਹੈ। ਇਹ ਗੱਲਾਂ ਵਿਸ਼ੇਸ਼ ਤੌਰ ਤੇ ਵਾਚਣ ਵਾਲੀਆਂ ਨੇ। ਇਹਨਾਂ ਦੀ ਡੂੰਘਾਈ ਵਿੱਚ ਜਾ ਕੇ ਪੜਤਾਲ ਕਰਨੀ ਚਾਹੀਦੀ ਹੈ ਵੀ ਅਸੀਂ ਹੁਣ ਤੱਕ ਪ੍ਰਾਪਤ ਕੀ ਕੀਤਾ। ਖੈਰ, ਹਰ ਸਰਕਾਰ ਸੰਘਰਸ਼ ਨੂੰ ਤਾਰ-ਪੀਡੋ ਕਰਨ ਵਾਸਤੇ, ਉਹਨੂੰ ਬਰਬਾਦ ਕਰਨ ਵਾਸਤੇ ਬਹੁਤ ਤਰ੍ਹਾਂ ਦੀਆਂ ਚਾਲਾਂ ਚੱਲਦੀ ਏ। ਵਿੱਚ ਬੰਦੇ ਵਾੜੇਗੀ, ਸੰਘਰਸ਼ ਦੇ ਨਾਂ ਦੇ ਉੱਤੇ ਹੋਰ ਰੋਟੀਆਂ ਸੇਕੀਆਂ ਜਾਣਗੀਆਂ। ਕਦੇ ਕੋਈ ਬਿੱਲ ਲਿਆਂਦਾ ਜਾਵੇਗਾ, ਕਦੇ ਕੋਈ ਬਿੱਲ ਲਿਆਂਦਾ ਜਾਵੇਗਾ। ਖੈਰ, ਤੁਸੀਂ ਇਹ ਗੱਲਾਂ ਸੁਣਦੇ ਰਹਿੰਦੇ ਹੋ। ਹੁਣ ਸਾਹਿਬ ਰਾਏ ਜਿਹੜਾ ਏ, ਉਹਨੇ ਭਾਈ ਤਾਰਾ ਸਿੰਘ ਨੂੰ ਆ ਕੇ ਆਖਿਆ ਤੇ ਭਾਈ ਤਾਰਾ ਸਿੰਘ ਕਹਿਣ ਲੱਗੇ, ਤੇਰੇ ਤੋਂ ਵੱਡਾ ਚੋਰ ਕੌਣ ਹੈ? ਸਿੱਖ ਬੜੀ ਮੁਸ਼ਕਲ ਦੇ ਨਾਲ ਜ਼ਮੀਨਾਂ ਵਾਹੁੰਦੇ ਨੇ, ਫਸਲ ਬੀਜਦੇ ਨੇ, ਦਿਨ ਰਾਤ ਇੱਕ ਕਰਕੇ ਫਸਲਾਂ ਨੂੰ ਪਾਲਦੇ ਨੇ, ਤੇ ਤੂੰ ਉਹਨਾਂ ਦੇ ਖੇਤਾਂ ਦੇ ਵਿੱਚ ਘੋੜੀਆਂ ਖੁੱਲੀਆਂ ਛੱਡ ਦੇਣਾ ਤੇ ਫਸਲਾਂ ਉਜਾੜ ਦੇਣਾ ਏ। ਤੇਰੇ ਤੋਂ ਵੱਡਾ ਚੋਰ ਕੋਈ ਨਹੀਂ। ਸਰਕਾਰ ਚੋਰ ਹੈ, ਤੁਸੀਂ ਚੋਰ ਹੋ, ਸਰਕਾਰ ਦੇ ਕਰਿੰਦੇ ਸਿੱਖ ਚੋਰ ਨਹੀਂ। ਹੁਣ ਜਦੋਂ ਵੱਧ ਬੋਲਣ ਲੱਗਾ, ਕੁਝ ਸਿੱਖਾਂ ਨੇ ਉਹਦੀ ਭੁੱਖ ਸਵਾਰ ਦਿੱਤੀ। ਕੁੱਟ ਖਾ ਕੇ ਇਹ ਵਾਪਸ ਸਿੱਧਾ ਪੱਟੀ ਚਲਾ ਗਿਆ। ਪੱਟੀ ਦਾ ਫੌਜਦਾਰ ਸੀ ਜਾਫਰ ਬੇਗ। ਉਹ ਜਾਫਰ ਬੇਗ ਜ਼ਕਰੀਆ ਖਾਨ ਦਾ ਇਤਿਹਾਸ ਕਹਿੰਦਾ ਰਿਸ਼ਤੇਦਾਰ ਵੀ ਸੀ। ਉਹਦੇ ਕੋਲ ਜਾ ਪਿੱਟਿਆ ਵੀ ਤਾਰਾ ਸਿੰਘ ਵਾਹ ਨੇ ਮੇਰੇ ਚੋਰ ਲੁਕੋ ਕੇ ਰੱਖੇ ਨੇ। ਉਹ ਫੌਜ ਲੈ ਕੇ ਚੜਿਆ। ਉਹਦਾ ਮਨ ਸੀ ਤੜਕਸਾਰ ਹਮਲਾ ਕਰਾਂਗਾ, ਸੁੱਤੇ ਪਏ ਸਿੰਘਾਂ ਨੂੰ ਨੱਪ ਲਵਾਂਗਾ। ਉਹਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਸਿੱਖ ਦਾ ਜਿਹੜਾ ਅੰਮ੍ਰਿਤ ਵੇਲਾ ਉਹ ਤੜਕਸਾਰ ਹੀ ਹੁੰਦਾ ਹੈ। ਹੁਣ ਸਿੱਖ ਬਾਣੀ ਨਾਲ ਜੁੜੇ ਉਹਨਾਂ ਵਿੱਚੋਂ ਭਾਈ ਬਘੇਲ ਸਿੰਘ, ਉਹ ਜੰਗਲ ਪਾਣੀ ਜਾ ਰਿਹਾ ਸੀ। ਹੱਥ ਵਿੱਚ ਬਰਛਾ, ਮੋਢੇ ਤੇ ਰਫਲ ਹੈ ਤੇ ਇੱਕ ਹੱਥ ਵਿੱਚ ਗੜਵਾ ਹੈ। ਜਦੋਂ ਉਹਦੇ ਕੰਨਾਂ ਦੇ ਵਿੱਚ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਪੈਂਦੀ, ਉਹ ਬਰਛਾ ਜ਼ਮੀਨ ਉੱਤੇ ਮਾਰ ਕੇ ਕਹਿੰਦਾ, ਕੌਣ ਹੈ? ਤੇ ਸਾਹਿਬ ਰਾਏ ਉਹਦੀ ਆਵਾਜ਼ ਪਛਾਣਦਾ ਹੈ। ਸਾਹਿਬ ਰਾਏ ਕਹਿੰਦਾ, ਫੌਜਦਾਰ ਸਾਹਿਬ, ਆਹੀ ਬੰਦਾ ਅਸਲ ਪਵਾੜੇ ਦੀ ਜੜ ਹੈ। ਇਹਦਾ ਨਾਮ ਹੈ ਬਘੇਲ ਸਿੰਘ। ਇਹਨੇ ਮੇਰੀਆਂ ਘੋੜੀਆਂ ਕੱਢੀਆਂ ਨੇ। ਹੁਣ ਜਦੋਂ ਇੰਨੀ ਗੱਲ ਆਖੀ, ਫੌਜ ਨੇੜੇ ਆਉਂਦੀ ਜਾਂਦੀ ਹੈ। ਸਰਦਾਰ ਬਘੇਲ ਸਿੰਘ ਨੇ ਉੱਚੀ ਜਕਾਰਾ ਛੱਡਿਆ। ਅੰਦਰ ਬੈਠੇ ਸਿੰਘਾਂ ਨੂੰ ਸੰਕੇਤ ਮਿਲ ਗਿਆ, ਡੇਰੇ ਵਿੱਚ ਬੈਠਿਆਂ ਨੂੰ। ਉਹ ਵੀ ਤਿਆਰ ਹੋ ਕੇ ਆ ਗਏ। ਗਹਿ ਜੰਗ ਹੋਇਆ। ਉਸ ਜੰਗ ਵਿੱਚ ਫੌਜਦਾਰ ਜਾਫਰ ਬੇਗ ਦੇ ਭਤੀਜੇ ਮਾਰੇ ਗਏ। ਉਹਨਾਂ ਦੀਆਂ ਲਾਸ਼ਾਂ ਰੁਲਦੀਆਂ ਨੇ। ਇਹ ਦੌੜ ਗਿਆ ਮੈਦਾਨ ਛੱਡ ਕੇ। ਇਲਾਕੇ ਦੇ ਲੰਬੜਦਾਰਾਂ ਨੂੰ ਨਾਲ ਲੈ ਕੇ ਇਹ ਆਪਣੇ ਭਤੀਜਿਆਂ ਦੀਆਂ ਲਾਸ਼ਾਂ ਉਠਾਉਂਦਾ ਏ ਤੇ ਲਾਹੌਰ ਵਿੱਚ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਰੱਖਦਾ ਏ। ਆਪਣੀ ਪੱਗ ਸਿਰ ਤੋਂ ਉਤਾਰਦਾ ਏ। ਕਹਿਣ ਲੱਗਾ, ਖਾਨ ਸਾਹਿਬ, ਮੈਂ ਲੁੱਟਿਆ ਗਿਆ। ਮੇਰੇ ਭਤੀਜੇ ਸਿੱਖਾਂ ਨੇ ਮਾਰ ਦਿੱਤੇ। ਜੇਕਰ ਉਹਨਾਂ ਨੂੰ ਸਿੱਖਾਂ ਨੂੰ ਮਾਰਿਆ ਨਾ, ਮੇਰੇ ਕਾਲਜੇ ਠੰਡ ਨਹੀਂ ਪੈਂਦੀ। ਗੱਲ ਸੀ, ਗਲਤੀ ਆਪ ਕੀਤੀ ਇਹਨਾਂ ਨੇ। ਸਿੱਖਾਂ ਦੇ ਖੇਤ ਉਜਾੜ ਕੇ, ਉਹਨਾਂ ਦੀਆਂ ਫਸਲਾਂ ਉਜਾੜ ਕੇ ਤੇ ਫਿਰ ਗਲਤ ਸਿੱਖਾਂ ਨੂੰ ਠਹਿਰਾਇਆ ਜਾ ਰਿਹਾ ਸੀ। ਅੱਜ ਵੀ ਕਿਤੇ ਇਹੀ ਤੇ ਨਹੀਂ ਹੋ ਰਿਹਾ। ਸਾਡੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਨੇ, ਸਾਡੀਆਂ ਹੀ ਫਸਲਾਂ ਉਜਾੜੀਆਂ ਜਾਣਗੀਆਂ, ਸਾਡੀਆਂ ਫਸਲਾਂ ਕੌਡੀਆਂ ਦੇ ਭਾਅ ਵਿਕਣਗੀਆਂ, ਸਾਡੀਆਂ ਜ਼ਮੀਨਾਂ ਸਾਡੇ ਹਲਕ ਵਿੱਚ ਹੱਥ ਪਾ ਕੇ ਹਥਿਆਰੀਆਂ ਜਾਣਗੀਆਂ ਤੇ ਗਲਤ ਵੀ ਸਾਨੂੰ ਠਹਿਰਾਇਆ ਜਾਵੇਗਾ। ਇਸ ਕਰਕੇ ਇਤਿਹਾਸ ਜਿਉਂਦੀਆਂ ਜਾਗਦੀਆਂ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਏ। ਬਹੁਤ ਵੱਡੀ ਕਸਵੱਟੀ ਹੁੰਦੀ ਏ ਕੌਮਾਂ ਦੀ ਪਰਖ ਦੇ ਵਾਸਤੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ, ਦੁਨੀਆ ਦੇ ਲੋਕ ਉਹਨਾਂ ਕੌਮਾਂ ਤੋਂ, ਉਹਨਾਂ ਨੂੰ ਵਾਧੂ ਸਮਝ ਕੇ ਉਹਨਾਂ ਨੂੰ ਭੁੱਲ ਜਾਂਦੇ ਨੇ। ਉਹਨਾਂ ਦਾ ਨਾਮ ਦੁਨੀਆ ਦੇ ਨਕਸ਼ੇ ਤੋਂ ਨੇਸ ਤੋਂ ਨਬੂਦ ਹੋ ਜਾਇਆ ਕਰਦਾ ਹੈ। ਪਾਰਸ ਜੀ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ ਨੇ। ਉਹ ਕਹਿੰਦੇ, ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ। ਜੇਕਰ ਤੇ ਸਾਡੇ ਵਿੱਚ ਰਹੇਗਾ ਏਕਾ, ਅਸੀਂ ਕਿਸੇ ਮੰਜ਼ਿਲ ਉੱਤੇ ਉੱਪਰ ਜਾਵਾਂਗੇ। ਪਰ ਜੇਕਰ ਏਕਾ ਨਾ ਰਿਹਾ, ਸਾਡੀ ਮੰਜ਼ਿਲ ਸਾਡੇ ਤੋਂ ਦੂਰ ਹੁੰਦੀ ਜਾਵੇਗੀ। ਉਹ ਕਹਿੰਦੇ, ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ। ਲੱਖਾਂ ਯਤਨ ਕਰੀਏ ਮੁੜ ਨਾ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ। ਮਾਰਿਆ ਮੂਲ ਨਾ ਮੁਕਦੀ ਕੌਮ ਕੋਈ ਵੀ, ਭਾਵੇਂ ਝੱਖੜ ਜਹਾਨ ਦਾ ਝੁੱਲ ਜਾਵੇ। ਪਾਰਸ ਮਿਟ ਜਾਵੇ ਉਹ ਗਲਤ ਹਰਫ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਸਾਰ ਦਿੰਦੀਆਂ ਨੇ, ਦੁਨੀਆ ਦੇ ਲੋਕ ਉਹਨਾਂ ਕੌਮਾਂ ਨੂੰ ਵਿਸਾਰ ਦਿੰਦੇ ਨੇ। ਉਹ ਕੌਮਾਂ ਕਦੇ ਵੀ ਸਿਰ ਉਠਾ ਕੇ ਨਹੀਂ ਜਿਉਂਦੀਆਂ, ਜਿਹੜਾ ਕੌਮਾਂ ਦੀ ਆਪਣੀ ਕੁਰਬਾਨੀ ਕੋਈ ਨਹੀਂ। ਹੁਣ ਆਪਣੇ ਭਤੀਜਾਂ ਦੀਆਂ ਲਾਸ਼ਾਂ ਉਠਾਈਆਂ ਨੇ, ਲਾਹੌਰ ਚਲਾ ਗਿਆ। ਲਾਹੌਰ ਦੇ ਸੂਬੇਦਾਰ ਨੇ ਮੋਮਨ ਖਾਨ ਨੂੰ 2000 ਫੌਜ ਦੇ ਕੇ ਭਾਈ ਤਾਰਾ ਸਿੰਘ ਵਾਂ ਦੇ ਉੱਤੇ ਹਮਲਾ ਕਰਨ ਵਾਸਤੇ ਭੇਜ ਦਿੱਤਾ ਹੈ। ਇਹਦੇ ਨਾਲ ਤਕੀ ਬੇਗ, ਜ਼ਾਫਰ ਬੇਗ, ਹੋਰ ਜਿਹੜੇ ਮੋਮਨ ਖਾਨ ਵਰਗੇ ਜਰਨੈਲ ਨੇ, ਇਹ ਚੜੇ ਨੇ ਫੌਜਾਂ ਲੈ ਕੇ ਤੇ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਨੂੰ ਘੇਰਾ ਪਾਉਣ ਵਾਸਤੇ ਤੁਰ ਪਏ ਨੇ। ਲਾਹੌਰ ਦੇ ਸਿੱਖਾਂ ਨੇ ਸੁਣਿਆ, ਉਹਨਾਂ ਨੇ ਇੱਕ ਸੂਈਆ ਭੇਜਿਆ, ਜਾਓ ਭਾਈ ਤਾਰਾ ਸਿੰਘ ਨੂੰ ਖਬਰ ਦੇ ਦਿਓ, ਉਹ ਡੇਰਾ ਛੱਡ ਕੇ ਲਾਂਭੇ ਹੋ ਜਾਣ। ਭਾਈ ਤਾਰਾ ਸਿੰਘ ਕਹਿੰਦਾ ਕਿ ਆਪਣੇ ਹੱਕਾਂ ਵਾਸਤੇ ਲੜਨਾ ਕੋਈ ਮਾੜੀ ਗੱਲ ਨਹੀਂ। ਅਸੀਂ ਗਲਤ ਨਹੀਂ, ਆਪਣੇ ਹੱਕਾਂ ਲਈ ਲੜ ਰਹੇ ਹਾਂ। ਜੇ ਤੁਸੀਂ ਇੱਥੇ ਬੈਠੇ ਹੋ ਤੇ ਆਪਣੇ ਹੱਕਾਂ ਲਈ ਬੈਠੇ ਹੋ।
ਪਰ ਇਹ ਪਰਚੋਲ, ਇਹ ਅਨਾਲਿਸਿਸ ਜ਼ਰੂਰ ਕਰਦੇ ਜਾਇਓ, ਇਸ ਸੰਘਰਸ਼ ਵਿੱਚੋਂ ਅਸੀਂ ਖੱਟਿਆ ਕੀ ਤੇ ਗਵਾਇਆ, ਪ੍ਰਾਪਤੀ ਕਿਹੜੀ ਕੀਤੀ ਹੈ, ਇਹ ਗੱਲ ਜ਼ਰੂਰ ਰੋਜ਼ ਦੀ ਰੋਜ਼ ਵਿਚਾਰਦੇ ਜਾਇਓ। ਖੈਰ, ਹੁਣ ਭਾਈ ਤਾਰਾ ਸਿੰਘ ਕਹਿਣ ਲੱਗੇ ਨਹੀਂ ਮੈਂ ਆਪਣਾ ਡੇਰਾ ਛੱਡ ਕੇ ਨਹੀਂ ਜਾਵਾਂਗਾ। ਭਾਈ ਤਾਰਾ ਸਿੰਘ ਵਾਂ ਡਟ ਗਿਆ ਏ, ਪਹਿਲਾਂ ਤਿਆਰੀ ਕੀਤੀ ਏ। ਹੁਣ ਦੁਸ਼ਮਣ ਨੂੰ ਪਤਾ ਨਹੀਂ ਸੀ ਵੀ ਖਬਰ ਪਹਿਲਾਂ ਪਹੁੰਚ ਗਈ ਏ। ਉਹ ਸੋਚਦੇ ਸਨ ਬੜੇ ਥੋੜੇ ਜਿਹੇ ਸਿੰਘ ਨੇ, ਪਰ ਜਦੋਂ ਸਿੰਘਾਂ ਨੇ ਰਲ ਕੇ ਜੈਕਾਰਾ ਛੱਡਿਆ, ਵੈਰੀ ਨੂੰ ਇਸ ਗੱਲ ਦੀ ਖਬਰ ਹੋ ਗਈ ਕਿ ਸਿੰਘਾਂ ਦੀ ਗਿਣਤੀ ਬਹੁਤੀ ਏ। ਹਾਲਾਂ ਕੁਝ ਵਿਦਵਾਨਾਂ ਨੇ ਲਿਖਿਆ 52 ਸਿੰਘ ਉਸ ਡੇਰੇ ਦੇ ਅੰਦਰ ਸਨ ਤੇ ਬਾਹਰ 2000 ਫੌਜ ਚੜ ਕੇ ਆਈ ਏ। ਹੁਣ ਬਾਹਰ ਆਏ ਨੇ ਸੂਰਮੇ, ਗਹਿ ਗੱਦ ਦਾ ਜੰਗ ਹੋਇਆ। ਪੰਜਾਬੀ ਦਾ ਕਵੀ ਲਿਖਦਾ, ਉਹ ਕਹਿੰਦਾ ਹੋ ਕੇ ਆਮੋ ਸਾਹਮਣੇ ਦਲ ਦੋਵੇਂ ਜੁੱਟੇ, ਉੱਥੇ ਤੀਰ ਧਿਆਏ ਰੱਬ ਦੇ ਕਿੱਲੇ ਚ ਛੁੱਟੇ, ਕਈ ਛਲਣੀ ਹੋਈਆਂ ਛਾਤੀਆਂ, ਕਈ ਲੱਥੇ, ਕਈ ਛਲਣੀ ਹੋਈਆਂ ਛਾਤੀਆਂ, ਤਰ ਰਹਿ ਕੇ ਬੁੱਟੇ, ਕਲਗੀਧਰ ਦੇ ਲਾੜਦੇ ਮੈਦਾਨੇ ਜੁੱਟੇ। ਹੁਣ ਦੋ ਤਰ੍ਹਾਂ ਦੇ ਸੂਰਮੇ ਲੋਹੇ ਤੇ ਲੋਹਾ ਖੜਕਾ ਰਹੇ ਨੇ। ਇਹ ਦੇਖ ਕੇ ਭਾਈ ਤਾਰਾ ਸਿੰਘ ਅੱਗੇ ਵਧਿਆ, ਅੱਗੋਂ ਤੱਕੀ ਬੇਗ ਨੇ ਰਸਤਾ ਰੋਕਿਆ ਤੇ ਭਾਈ ਤਾਰਾ ਸਿੰਘ ਨੂੰ ਲਲਕਾਰਿਆ। ਭਾਈ ਤਾਰਾ ਸਿੰਘ ਵਾਂ ਕਹਿੰਦਾ ਤੱਕੀ ਬੇਗ ਤੇਰੇ ਮਨ ਵਿੱਚ ਹਸਰਤ ਨਾ ਰਹਿ ਜਾਵੇ, ਪਹਿਲਾਂ ਮੇਰੇ ਤੇ ਵਾਰ ਕਰ ਲੈ। ਉਹਨੇ ਵਾਰ ਕੀਤੇ, ਅਜਾਈ ਚਲੇ ਗਏ। ਤੱਕੀ ਬੇਗ ਜਰਨੈਲ ਜਿਹੜਾ ਏ, ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਲੋਹੇ ਨਾਲ ਮੜਿਆ ਹੋਇਆ ਤੇ ਹੱਸ ਕੇ ਕਹਿੰਦਾ ਤਾਰਾ ਸਿੰਘਾ ਮੇਰੇ ਕਿੱਥੇ ਵਾਰ ਕਰੇਗਾ, ਮੈਂ ਤਾਂ ਲੋਹੇ ਵਿੱਚ ਢਕਿਆ ਹੋਇਆ। ਤੇ ਭਾਈ ਤਾਰਾ ਸਿੰਘ ਕਹਿਣ ਲੱਗਾ ਘਬਰਾ ਨਾ। ਭਾਈ ਤਾਰਾ ਸਿੰਘ ਦੇ ਕੋਲ ਹੈ ਨੇਜਾ, ਉਹਨੇ ਨੇਜਾ ਹੱਥ ਵਿੱਚ ਲਿਆ ਏ, ਘੋੜੇ ਦੀਆਂ ਰਕਾਬਾਂ ਤੇ ਪਾਇਆ ਭਾਰ। ਉਹਨੇ ਪੜਿਆ ਦੋਰਾ ਤੇ ਗगन दमावा बाजो पर निशाने कहो खेचो मांडो सूरमा आप चूचन को दाओ सूरा सो पहचानिए जो लरे तीर के हेत प्रजा प्रजा कट मरे कबू ना छाड़े खेत बोले सोना सच्चे काल दा छड़िया जकारा आते तकी बेग उत्ते वार है। ਉਹ ਵਾਰ ਖਾਲੀ ਗਏ ਜਦੋਂ ਤੱਕੀ
ਨੇਜਾ ਅੱਗੇ ਵਧਿਆ ਖੋਖ ਦਾ ਸਤ ਕਰਤਾਰ ਨੀ ਔਖ ਕੱਦ ਫੇਰ ਤਾਰਾ ਸਿੰਘ ਨੇ ਪਹਾੜੀਆਂ ਰਾਹ ਰੋਕਣ ਵਹਿਣ ਕਦੇ ਦਰਿਆਵਾਂ ਤੇ ਰੁਕਦੇ ਨਹੀਂ ਥਿੜਕ ਜਾਂਦੇ ਨੇ ਦਿਲ ਕਮਜ਼ੋਰ ਵਾਲੇ ਪ੍ਰੇਮੀ ਸੱਚੇ ਨਿਸ਼ਾਨੇ ਤੋਂ ਉਕਦੇ ਨਹੀਂ ਜਦੋਂ ਸਾਹਮਣੇ ਦਿਸੇ ਸ਼ਿਕਾਰ ਫਿਰਦਾ ਸ਼ੇਰ ਘੁਰਨਿਆਂ ਦੇ ਵਿੱਚ ਲੁਕਦੇ ਨਹੀਂ ਮਰਦ ਮਰ ਜਾਂਦੇ ਆਪਣੀ ਆਨ ਬਦਲੇ ਪਰ ਵੈਰੀਆਂ ਦੇ ਅੱਗੇ ਝੁਕਦੇ ਨਹੀਂ ਉਹ ਮਰਦ ਨਹੀਂ ਹੁੰਦੇ ਜਿਹੜੇ ਕਿਸੇ ਦੇ ਅੱਗੇ ਝੁਕ ਜਾਂਦੇ ਨੇ ਮਰਦ ਹਮੇਸ਼ਾ ਹਿੱਕ ਤਾਣ ਕੇ ਵੈਰੀ ਦੇ ਸਾਹਮਣੇ ਖਲੋਂਦੇ ਨੇ ਉਹ ਜਿਹੜੀ ਗੋਲੀ ਆਉਂਦੀ ਹੈ ਸੀਨੇ ਤੇ ਖਾਂਦੇ ਨੇ ਹੁਣ ਭਾਈ ਤਾਰਾ ਸਿੰਘ ਨੇ ਦੇਖਿਆ ਇਹਦਾ ਪੂਰਾ ਸਰੀਰ ਤੇ ਲੋਹੇ ਵਿੱਚ ਮੜਿਆ ਕੇਵਲ ਚਿਹਰਾ ਨੰਗਾ ਹੱਥ ਵਿੱਚ ਲਿਆ ਨੇਜਾ ਸਤ ਕਰਤਾਰ ਆਖ ਕੇ ਉਹ ਤੱਕੀ ਬੇਗ ਦੇ ਸੰਗ ਵਿੱਚ ਮਾਰਿਆ ਸਿੱਧਾ ਜਾ ਕੇ ਮੂੰਹ ਵਿੱਚ ਵੱਜਾ ਜਦੋਂ ਖਿੱਚਿਆ ਖੂਨ ਦਾ ਫਹਾਰਾ ਛੁੱਟ ਪਿਆ ਹੁਣ ਛੇੜੇ ਘੋੜਾ ਤੁਰ ਪਿਆ ਅੱਗੇ ਉਹ ਮਿਲ ਪਿਆ ਮੋਮਨ ਖਾਂ ਉਹ ਕਹਿੰਦਾ ਤੱਕੀ ਬੇਗ ਆ ਪਾਨ ਦਾ ਬੀੜਾ ਪਾਇਆ ਮੂੰਹ ਦੇ ਵਿੱਚ ਕਿਉਂਕਿ ਪਾਨ ਦਾ ਰੰਗ ਵੀ ਲਾਲ ਹੁੰਦਾ ਹੋਰ ਤੇ ਕੁਛ ਨਹੀਂ ਬੋਲ ਹੋਇਆ ਕਹਿਣ ਲੱਗਾ ਹਾਂ ਭਾਈ ਤਾਰਾ ਸਿੰਘ ਵੰਡ ਰਿਹਾ ਜਾ ਜਾ ਕੇ ਪਾਨਾਂ ਦਾ ਬੀੜਾ ਤੂੰ ਵੀ ਲਿਆ ਹੁਣ ਲੜਦੇ ਲੜਦੇ ਸੂਰਮੇ ਸ਼ਹੀਦ ਤੇ ਹੋ ਗਏ ਪਰ ਆਪਣਾ ਸਿਰ ਨਹੀਂ ਝੁਕਾਇਆ ਆਪਣੀ ਕੌਮ ਬਦਲੇ ਆਪਣੀ ਪੰਜਾਬੀਅਤ ਦੇ ਬਦਲੇ ਲੜਦੇ ਲੜਦੇ ਉਹ ਸ਼ਹੀਦ ਹੋ ਗਏ ਤੇ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜ ਗਏ ਸ਼ਹੀਦਾਂ ਦੀ ਯਾਦ ਵਿੱਚ ਹਮੇਸ਼ਾ ਜੁੜਿਆ ਜਾਂਦਾ ਹੈ ਸ਼ਹੀਦਾਂ ਨੂੰ ਯਾਦ ਕਰਕੇ ਕੌਮਾਂ ਨੂੰ ਸਪਿਰਿਟ ਮਿਲਦੀ ਹੈ शहीद की जो मौत है वह कौम की हयात है हयात तो हयात जे मौत भी हयात है शहीदां दी मौत जिहड़ी है वो कौमां दी जिंदगी हुंदी है इत्थे इन्हां वीरां ने प्रबंधकां ने ये प्रबंध किया भी वख-वख जथे आण के जदों इत्थे बोलदे ने आउण वालियां नूं अपने इतिहास का पता लगदा है क्योंकि सरकार ने तो जो कुछ किया है साडियां इतिहास दीयां स्कूल दीयां किताबां दे विचों इतिहास नूं मनफी कर दिता है खत्म कर दिता है ਅੱਜ ਸਾਨੂੰ ਜੰਡ ਥੱਲੇ ਵੱਢਿਆ ਜਾਣ ਵਾਲਾ ਮਿਰਜ਼ਾ ਯਾਦ ਹੈ ਪਰ ਜੰਡ ਦੇ ਨਾਲ ਸੜਨ ਵਾਲਾ ਭਾਈ ਲక్ష్మణ ਸਿੰਘ ਯਾਦ ਨਹੀਂ ਅੱਜ ਥਲਾਂ ਵਿੱਚ ਸੜਨ ਵਾਲੀ ਤੱਤੀ ਰੇਤ ਦੇ ਉੱਤੇ ਸੜਨ ਵਾਲੀ ਸੱਸੀ ਤੇ ਯਾਦ ਹੈ ਪਰ ਗੁਰੂ ਅਰਜਨ ਸਾਹਿਬ ਦੇ ਸੀਸ ਵਿੱਚ ਵੀ ਕਦੇ ਤੱਤਾ ਰੇਤ ਪਿਆ ਉਹ ਸਾਡੀ ਅੱਜ ਦੀ ਜਵਾਨੀ ਨੂੰ ਭੁੱਲ ਗਿਆ ਅੱਜ ਦੀ ਜਨਰੇਸ਼ਨ ਨੂੰ ਭੁੱਲ ਗਿਆ ਹੈ ਸਾਨੂੰ ਇਹ ਤੇ ਯਾਦ ਹੈ ਕਿ ਗਾਂਧੀ ਨੇ ਚਰਖੇ ਨਾਲ ਆਜ਼ਾਦੀ ਲਿਆਂਦੀ ਇਹ ਪੜਾਇਆ ਗਿਆ ਸਾਨੂੰ पर कदे चरखड़ी के उत्ते चढ़ के भाई सुबेग सिंह ते शाहबाज सिंह शहीद होए वो भुला दिता गया साडियां इतिहास दीयां किताबां दे विचों स्कूल दीयां किताबां विचों बोर्ड दीयां किताबां विचों इतिहास नूं खत्म कर दिता गया जो वो चाहुंदे ने वो कुछ पढ़ाया जाता है दिल्ली कदे भी पंजाब दी वफादार नहीं हुई कदे भी उन्हें वफा नहीं कमाई दिल्ली दे वास्ते इस हिंदुस्तान वास्ते गुरु तेग बहादुर साहब महाराज ते अपना शीश कटवा जाते हैं पर गुरु तेग बहादुर साहब महाराज जिन्हां वास्ते शीश कटवाउंदे ने वो गुरु गोबिंद सिंह महाराज के विरुद्ध जंगा छेड़ दिंदे बड़ी छेती भुल जाती है दिल्ली किसी की कीती हुई कुर्बानी नूं अज भी लोड़ है एके विच रहण दी एके विच रहांगे ते असीं कुछ प्राप्ति कर लवांगे जे साडे विच एका ना रहा असीं अपने मकसद तो लांभे हो गए सरकारां यतन करनियां साडे मकसद तो सानूं भटका दिता जावे
ਅੱਜ ਜੋਸ਼ ਬੜਾ ਏ, ਮੈਂ ਸਮਝਦਾ ਸਾਡੀ ਜਵਾਨੀ ਦੇ ਵਿੱਚ, ਪਰ ਉਹਨੂੰ ਹੋਸ਼ ਦੇ ਨਾਲ ਵਰਤਣ ਵਾਲਾ ਅਜੇ ਸਾਡੇ ਵਿੱਚ ਨਹੀਂ। ਲੀਡਰ ਲੈਸਾਂ ਰੱਬ ਦੇ ਅੱਗੇ, ਗੁਰੂ ਅੱਗੇ ਅਰਦਾਸ ਹੈ ਕਿ ਸਾਨੂੰ ਕੋਈ ਇਹੋ ਜਿਹਾ ਲੀਡਰ ਮਿਲੇ, ਸਾਡੀ ਖਿੰਡੀ ਪਿੰਡੀ ਹੋਈ ਤਾਕਤ ਨੂੰ ਇਕੱਠਿਆਂ ਕਰਕੇ ਸਾਡੀ ਕੌਮ ਦੀ ਬਾਹ ਫੜ ਸਕੇ ਤੇ ਅਸੀਂ ਆਪਣੇ ਮੁਕਾਮ ਉੱਤੇ ਪਹੁੰਚ ਸਕੀਏ। ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਇਸ ਮੋਰਚੇ ਨੂੰ ਆਰਗੇਨਾਈਜ਼ ਕਰ ਰਹੇ ਨੇ, ਦਿਨ ਰਾਤ ਇੱਕ ਕਰਕੇ ਇਹਦੀ ਕਾਮਯਾਬੀ ਦੇ ਵਾਸਤੇ ਇੱਥੇ ਬੈਠੇ ਨੇ। ਜਿੰਨੇ ਵੀ ਵੀਰ ਇੱਥੇ ਪਹੁੰਚੇ ਨੇ, ਜਿੰਨੇ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਵੀਰ ਇੱਥੇ ਪਹੁੰਚੇ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਆਪ ਸਭਨਾਂ ਦਾ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕਾਂ ਵੀਰ ਰਿਸ਼ਪਾਲ ਸਿੰਘ ਖੁਸ਼ਦਿਲ USA, ਜਿਨ੍ਹਾਂ ਨੇ ਹੁਕਮ ਲਾ ਕੇ ਆਪ ਇਸ ਮੋਰਚੇ ਦੇ ਵਿੱਚ ਹਾਜ਼ਰੀ ਭਰਨ ਦਾ ਹੁਕਮ ਵੀ ਲਾਇਆ। ਅਤੇ ਮੇਰੀ ਆਪਣੀ ਵੀ ਇਹ ਮਨੌਤ ਸੀ ਕਿ ਮੈਂ ਤੁਹਾਡੇ ਵਿੱਚ ਆਪਣੇ ਜਥੇ ਸਮੇਤ ਆ ਕੇ ਆਪਣੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ। ਤਹਿ ਦਿਲੋਂ ਧੰਨਵਾਦ। ਵੀਰ ਦੀਪ ਸਿੱਧੂ ਜਿਹੜੇ ਇਸ ਮੋਰਚੇ ਦੇ ਰੂਹੇ ਰਵਾਂ ਨੇ, ਇਹਨੂੰ ਆਰਗੇਨਾਈਜ਼ ਕਰ ਰਹੇ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਤੁਹਾਡੀ ਕਾਮਯਾਬੀ ਦੀ ਅਰਦਾਸ ਕਰਦਾ ਹੋਇਆ ਦਾਸ ਜਤਿੰਦਰ ਸਿੰਘ ਨੂਰਪੁਰੀ ਆਪਣੇ ਢਾਡੀ ਸਾਥੀਆਂ ਸਮੇਤ ਉਸਤਾਦ ਢਾਡੀ ਗਿਆਨੀ ਦਰਸ਼ਨ ਸਿੰਘ ਬੱਲ, ਢਾਡੀ ਗੁਰਚਰਨ ਸਿੰਘ ਚੰਨ ਅਤੇ ਸਰੰਗੀ ਵਾਦਕ ਸਰਬਜੀਤ ਸਿੰਘ ਤੜਿਕ ਸਮੇਤ ਫਤਿਹ ਅਰਜ਼ ਕਰਦਾ ਹਾਂ ਜੀ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਹਿਬ ਸੋ ਮੇਲ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।